ਅੱਜ ਕਵੀ ਜੀ ਜਿਵੇਂ ਵਰਣਨ ਕਰਦੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਸੰਮਤ ਚੜ੍ਹਬੋ ਦਸਵੋਂ ਚੜ੍ਹਿਓ, ਜਬ ਕਾਲੂ ਮਨੇ ਵਿਚਾਰ। ਕਵੀ ਜੀ ਕਹਿੰਦੇ ਹਨ ਕਿ ਜਿਸ ਸਮੇਂ ਸਤਿਗੁਰਾਂ ਦੀ ਉਮਰ ਸਰੀਰਕ ਆਯੂ ਜਿਹੜੀ ਹੈ ਉਹ 10 ਸਾਲ ਦੀ ਹੋਈ। ਜਦੋਂ ਸਤਿਗੁਰਾਂ ਦੀ ਸਰੀਰਕ ਅਵਸਥਾ 10 ਸਾਲ ਦੀ ਹੋ ਗਈ ਤੇ ਮਹਿਤਾ ਕਲਿਆਣ ਚੰਦ ਜੀ ਇਹ ਵਿਚਾਰ ਕਰਦੇ ਹਨ, ਫਾਰਸੀ ਲੇਖਾ ਨਹੰ ਪੜਿਓ, ਸੰਸਕ੍ਰਿਤ ਦਰਕਾਰ। ਕਹਿਣ ਲੱਗੇ ਕਿ ਇਹਨਾਂ ਨੇ ਫਾਰਸੀ ਦੀ ਵਿੱਦਿਆ ਪੜ੍ਹਨ ਵਾਸਤੇ ਭੇਜਿਆ ਸੀ ਤੇ ਇੱਕ ਮੌਲਵੀ ਕੁਤਬਦੀਨ ਨੂੰ ਪੜ੍ਹਾ ਕੇ ਆਏ। ਜਦੋਂ ਮੌਲਵੀ ਪੜ੍ਹਾਉਣ ਲੱਗਿਆ ਨਾ ਸਤਿਗੁਰਾਂ ਨੂੰ, ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਯਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਿ ਉਹ ਸ਼ਬਦ ਸੁਣ ਕੇ ਨਿਹਾਲ ਹੋ ਗਿਆ ਸੀ। ਹੁਣ ਮਹਿਤਾ ਕਲਿਆਣ ਚੰਦ ਜੀ ਸੋਚਦੇ ਹਨ ਕਿ ਇਹਨਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਪੜ੍ਹਾਈ ਜਾਵੇ। ਸੰਸਕ੍ਰਿਤ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਸਾਰੇ ਵੇਦ ਸ਼ਾਸਤਰ ਲਿਖੇ ਹੋਏ ਹਨ। ਪੁਰਾਤਨ ਭਾਸ਼ਾ ਜਿਹਨੂੰ ਮੰਨਦੇ ਹਨ ਕਿ ਉਹ ਇਹਨਾਂ ਨੂੰ ਪੜ੍ਹਾਈ ਜਾਵੇ। ਚੌਪਈ ਇੱਕ ਪੰਡਤ ਥੋ ਬੜੋ ਸਿਆਣੋ, ਪੰਡਤ ਦੇ ਪਾਸ ਬੜਾ ਹੀ ਸੂਝਵਾਨ ਸਿਆਣਾ ਸੁਲਝਿਆ ਹੋਇਆ ਪੜ੍ਹਿਆ ਲਿਖਿਆ ਉਹਦੇ ਪਾਸ ਨਾਮ ਸੁਦੇਵ ਦੱਤ ਪਹਿਚਾਨੋ। ਉਸ ਪੰਡਤ ਦਾ ਨਾਮ ਕੀ ਹੈ? ਦੇਵਦੱਤ। ਦੇਵਦੱਤ ਉਸ ਪੰਡਤ ਦਾ ਨਾਮ ਹੈ। ਮਾਨਿਓ ਰੂਪ ਵੇਦ ਨਾ ਧਾਰਾ। ਕਵੀ ਜੀ ਕਹਿੰਦੇ ਹਨ ਉਹ ਪੰਡਤ ਇੰਨਾ ਪੜ੍ਹਿਆ ਹੋਇਆ ਹੈ, ਮੰਨ ਲਓ ਵੇਦ ਦਾ ਰੂਪ ਹੀ ਬਣ ਗਿਆ ਹੋਵੇ। ਭਾਵ ਕਿ ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਅਥਰਵਣ ਵੇਦ, 4 ਵੇਦ ਮੰਨੇ ਹਨ ਕਿ ਚਾਰੇ ਵੇਦ ਉਹਨੇ ਇੰਨੇ ਪੜ੍ਹੇ ਹੋਏ ਸੀ ਵੀ ਵੇਦਾਂ ਦਾ ਰੂਪ ਹੀ ਬਣ ਗਿਆ ਸੀ। ਦਿਗ ਵਿਜੈ ਕਰ ਬੈਠਿਓ ਭਾਰਾ। ਤੇ ਉਹ ਦਿਗ ਵਿਜੇ ਕਰਕੇ ਤੇ ਬੜਾ ਭਾਰੀ, ਸਭ ਤੋਂ ਉੱਤਮ ਸ਼੍ਰੋਮਣੀ ਬਣ ਕੇ ਬੈਠਾ ਸੀ। ਦਿਗ ਵਿਜੇ ਕਹਿੰਦੇ ਹਨ, ਦਿਗ ਕਹਿੰਦੇ ਆ ਦਿਸ਼ਾ ਨੂੰ, ਕਿ ਜਿਹੜੀ ਵੀ ਦਿਸ਼ਾ ਨੂੰ ਜਾਵੇ ਉਧਰਲੀ ਦਿਸ਼ਾ ਦੇ ਵਿੱਚ ਜਿੰਨੇ ਵੀ ਪੰਡਤ, ਜਿੰਨੇ ਵੀ ਪੜ੍ਹੇ ਲਿਖੇ ਵਿਦਵਾਨ, ਸਾਰਿਆਂ ਨੂੰ ਹੀ ਜਿੱਤਦਾ ਜਾਵੇ। ਤੇ ਉਹਦੀ ਇਹ ਮਰਿਆਦਾ ਹੁੰਦੀ ਸੀ ਵੀ ਜੇ ਕਿਸੇ ਚੜ੍ਹਦੇ ਵੱਲ ਨੂੰ ਗਿਆ ਤੇ ਉਧਰਲੀ ਤਰਫ ਜਿੰਨੇ ਪੰਡਤ, ਜਿੰਨੇ ਵਿਦਵਾਨ ਮਿਲੇ ਉਹਨਾਂ ਨੂੰ ਚਰਚਾ ਦੇ ਵਿੱਚ ਹਰਾ ਕੇ ਉਹਨਾਂ ਦੇ ਜਿੰਨੇ ਗ੍ਰੰਥ ਪੋਥੀਆਂ ਸਾਰੇ ਫਿਰ ਆਪ ਲੈ ਲੈਂਦਾ। ਫਿਰ ਦੂਸਰੀ ਲਹਿੰਦੇ ਦੀ ਦਿਸ਼ਾ ਨੂੰ ਜਾਂਦਾ, ਉਧਰ ਜਿੰਨੇ ਮਿਲਦੇ ਉਹਨਾਂ ਨੂੰ ਜਿੱਤ ਲੈਂਦਾ ਵਿੱਦਿਆ ਦੇ ਨਾਲ। ਸੋ ਇਸੇ ਪ੍ਰਕਾਰ ਹੀ ਇਹ ਜਿਹੜਾ ਪੰਡਤ ਦੇਵਦੱਤ ਸੀ ਇਹ ਦਿਗਵਿਜੇ ਪੰਡਤ ਸੀ। ਚਾਰੇ ਦਿਸ਼ਾਵਾਂ ਦੇ ਵਿੱਚ ਇਹਦੀ ਚਰਚਾ ਸੀ ਵੀ ਇਹਦੇ ਵਰਗਾ ਕੋਈ ਵਿਦਵਾਨ ਨਹੀਂ, ਇਹਦੇ ਵਰਗਾ ਕੋਈ ਪੜ੍ਹਿਆ ਲਿਖਿਆ ਨਹੀਂ, ਇਹਦਾ ਸਾਰੇ ਪਾਸੇ ਜਸ ਸੀ। ਦਿਗਵਿਜੇ ਪੰਡਤ ਇਸ ਨੂੰ ਕਹਿੰਦੇ ਸਨ। ਕਾਲੂ ਸ੍ਰੀ ਨਾਨਕ ਸੰਗ ਲੀਨੋ। ਮਹਿਤਾ ਕਲਿਆਣ ਚੰਦ ਜੀ ਆਪਣੇ ਪੁੱਤਰ ਨਾਨਕ ਜੀ ਨੂੰ ਨਾਲ ਲੈ ਕੇ ਉਸ ਦੇਵਦੱਤ ਪੰਡਤ ਦੇ ਪਾਸ ਗਏ ਹਨ। ਪਹੁੰਚੇ ਗਏ ਪੰਡਤ ਕੇ ਚਿਨੋ। ਪੰਡਤ ਦੇਵਦੱਤ ਜੀ ਦੇ ਘਰ ਦੇ ਵਿੱਚ ਦੋਵੇਂ ਹੀ ਮਹਿਤਾ ਕਲਿਆਣ ਚੰਦ ਜੀ ਸਤਿਗੁਰਾਂ ਦੇ ਪਿਤਾ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ 10 ਸਾਲ ਦੀ ਉਮਰ ਉਸ ਪੰਡਤ ਦੇ ਘਰ ਦੇ ਵਿੱਚ ਪਹੁੰਚ ਗਏ। ਦੇ ਭੇਟਾ ਕਾਲੂ ਜੀ ਅਲਾਇਓ। ਤੇ ਮਹਿਤਾ ਕਲਿਆਣ ਚੰਦ ਜੀ ਨੇ ਪੰਡਤ ਜੀ ਨੂੰ ਸਤਿਕਾਰ ਵਜੋਂ ਕੁਝ ਭੇਟਾ ਕੀਤਾ, ਕੁਝ ਮਾਇਆ ਰੱਖੀ, ਕੁਝ ਕੱਪੜਾ ਰੱਖਿਆ ਕਿ ਪੰਡਤ ਦਾ ਸਤਿਕਾਰ ਕੀਤਾ ਕਿ ਜਿਹਦੇ ਕੋਲ ਪੜ੍ਹਨ ਜਾਈਏ ਖਾਲੀ ਹੱਥੀ ਨਹੀਂ ਜਾਈਦਾ। ਇਹ ਮਰਿਆਦਾ ਪੁਰਾਣੀ ਚੱਲੀ ਆਉਂਦੀ। ਤੇ ਪੰਡਤ ਜੀ ਦੇ ਸਾਹਮਣੇ ਮਹਿਤਾ ਕਲਿਆਣ ਚੰਦ ਜੀ ਨੇ ਕੁਝ ਭੇਟਾ ਰੱਖੀ, ਨਮਸਕਾਰ ਕੀਤੀ। ਪੰਡਤ ਜੀ ਇਹੋ ਬਾਲ ਪੜ੍ਹਾਇਓ। ਤੇ ਨਾਲ ਹੀ ਬੇਨਤੀ ਕੀਤੀ ਕਿ ਹੇ ਪੰਡਤ ਜੀ, ਦੇਵਦੱਤ ਜੀ, ਤੁਸੀਂ ਬੜੇ ਦਿਗਵਿਜੇ ਪੰਡਤ ਹੋ, ਸਿਆਣੇ ਹੋ, ਤੇ ਮੇਰੇ ਪੁੱਤਰ ਨੂੰ ਤੁਸੀਂ ਇਹ ਸ਼ਾਸਤਰੀ ਵਿੱਦਿਆ ਜਿਹੜੀ ਸੰਸਕ੍ਰਿਤ ਦੀ ਹੈ ਇਹ ਪੜ੍ਹਾਉਣਾ ਕਰੋ। ਤਬ ਤਖਤੀ ਪੰਡਤ ਜੀ ਲੀਨ। ਉਸੇ ਛਿਣ ਹੀ ਪੰਡਤ ਜੀ ਨੇ ਇੱਕ ਤਖਤੀ ਨਾਮ ਹੁੰਦਾ ਫੱਟੀ ਦਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਬੱਚੇ ਇੱਕ ਲੱਕੜ ਦੀ ਫੱਟੀ ਹੁੰਦੀ
ਉਸ ਦੇ ਉੱਪਰ ਗਾਚਨੀ ਦਾ ਲੇਪ ਕਰਕੇ ਫਿਰ ਸ਼ਾਹੀ ਬਣਾ ਕੇ ਕਲਮ ਦੇ ਨਾਲ ਅੱਖਰ ਲਿਖਦੇ। ਹੁਣ ਜਿਵੇਂ ਸਲੇਟ ਵਗੈਰਾ ਚੱਲ ਪਈਆਂ ਹਨ, ਜਾਂ ਆਪਾਂ ਬੋਰਡ ਕਹਿ ਦਿੰਦੇ ਹਾਂ, ਉਹਨਾਂ ਦੇ ਉੱਪਰ ਸਕੈਚ ਨਾਲ ਲਿਖ ਲੈਂਦੇ ਹਾਂ। ਉਹਨਾਂ ਸਮਿਆਂ ਦੇ ਵਿੱਚ ਉਸੇ ਦੀ ਵਰਤੋਂ ਕੀਤੀ ਜਾਂਦੀ। ਉਸ ਨੂੰ ਤਖਤੀ ਆਖਿਆ ਜਾਂਦਾ ਜਾਂ ਫੱਟੀ ਕਹਿ ਦਿੱਤਾ ਜਾਂਦਾ। ਉਹ ਜਿਹੜੀ ਤਖਤੀ, ਉਹ ਜਿਹੜੀ ਫੱਟੀ ਸੀ, ਉਹ ਪੰਡਤ ਜੀ ਨੇ ਉਸੇ ਸਮੇਂ ਹੱਥ ਦੇ ਵਿੱਚ ਲੈ ਕੇ ਉਸ ਪਰ ਓਮ ਸੋ ਸੰਸਕ੍ਰਿਤ ਲਿਖਦੀਨ। ਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸ਼ਬਦ ਓਮ, ਇਸ ਦਾ ਜਾਪ ਵੀ ਕਰਦੇ ਆ ਤੇ ਇਹ ਪੜ੍ਹਾਉਂਦੇ ਆ। ਪੰਡਤ ਜੀ ਨੇ ਉਸ ਤਖਤੀ ਦੇ ਉੱਤੇ, ਉਸ ਫੱਟੀ ਦੇ ਉੱਤੇ ਜਿਹੜਾ ਓਮ ਅੱਖਰ ਹੈ, ਇਸ ਨੂੰ ਲਿਖਿਆ। ਸ੍ਰੀ ਨਾਨਕ ਕੋ ਲਗੋ ਪੜਾਵਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੜ੍ਹਾਉਣ ਲੱਗ ਪਿਆ। ਅੱਗੇ ਅੱਗੇ ਪੰਡਤ ਬੋਲਦਾ ਹੈ ਕਿ ਬੱਚਾ ਜੀ ਬੋਲੋ ਓਮ, ਇੱਦਾਂ ਉਚਾਰਨ ਕਰੋ। ਪੰਡਤ ਜੀ ਆਪ ਅੱਗੇ ਬੋਲਦੇ ਆ ਤੇ ਪਿੱਛੇ ਸਤਿਗੁਰੂ ਜੀ ਬੋਲਦੇ ਆ। ਜਿਵੇਂ ਹੁਣ ਆਪਾਂ ਦੇਖਦੇ ਹਾਂ ਸਕੂਲਾਂ ਦੇ ਵਿੱਚ ਅੱਗੇ ਟੀਚਰ ਪੜ੍ਹਦੇ ਆ, ਪਿੱਛੇ ਬੱਚੇ ਬੋਲਦੇ ਆ। ਸੋ ਇਸੇ ਹੀ ਪ੍ਰਕਾਰ ਪੰਡਤ ਜੀ ਇਹ ਫੱਟੀ ਦੇ ਉੱਤੇ ਅੱਖਰ ਲਿਖਦੇ ਆ ਓਮ, ਤੇ ਸਤਿਗੁਰਾਂ ਨੂੰ ਕਹਿੰਦੇ ਹਨ ਕਿ ਪੜ੍ਹੋ ਇਸ ਨੂੰ। ਪੜੋ ਓਮ ਇਹ ਅੱਖਰ ਪਾਵਨ। ਪੰਡਤ ਦੇਵਦੱਤ ਜੀ ਕਹਿੰਦੇ ਹਨ ਕਿ ਹੇ ਬਾਲਕ ਜੀ, ਇਸ ਅੱਖਰ ਨੂੰ ਪੜ੍ਹੋ। ਜਿਵੇਂ ਮੈਂ ਬੋਲਦਾ ਹਾਂ, ਮੇਰੇ ਮਗਰ ਓਮ ਉਚਾਰਨ ਕਰਕੇ ਇਦਾਂ ਅੱਖਰ ਪੜ੍ਹੋ। ਸ੍ਰੀ ਨਾਨਕ ਕਹੈ ਪੰਡਤ ਸੁਣੀਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਵਾਲ ਕੀਤਾ ਕਿ ਪੰਡਤ ਜੀ, ਇੱਕ ਸਾਡੀ ਬੇਨਤੀ, ਇੱਕ ਸਾਡਾ ਸਵਾਲ ਜਿਹੜਾ ਉਹ ਸੁਣਨਾ ਕਰੋ। ਇਸ ਕਾ ਅਰਥ ਕਵਨ ਬਿਦ ਗੁਨੀਏ। ਕਿ ਹੇ ਪੰਡਤ ਜੀ, ਜਿਹੜੀ ਇਹ ਅੱਖਰ ਤੁਸੀਂ ਫੱਟੀ ਦੇ ਉੱਤੇ ਲਿਖਿਆ ਹੈ ਨਾ, ਤਖਤੀ ਦੇ ਉੱਤੇ ਓਮ ਲਿਖਿਆ ਹੈ, ਇਸ ਓਮ ਦਾ ਮਤਲਬ ਕੀ ਹੈ? ਇਹਦਾ ਅਰਥ ਕੀ ਬਣਦਾ ਹੈ? ਇਹ ਸਾਨੂੰ ਦੱਸੋ ਵੀ ਇਹਦਾ ਸਿਧਾਂਤ ਕੀ ਹੈ, ਇਹਦਾ ਮਤਲਬ ਪ੍ਰਯੋਜਨ ਕੀ ਹੈ? ਸੁਨ ਪੰਡਤ ਆਚਰਜ ਸੋ ਥਾਇਓ। ਜਦੋਂ ਪੰਡਤ ਜੀ ਨੇ ਇਹ ਸਵਾਲ ਸੁਣਿਆ ਤੇ ਅਚਰਜ ਹੋ ਗਿਆ, ਹੈਰਾਨ ਹੋ ਗਿਆ ਵੀ ਅੱਜ ਤੱਕ ਇੰਨੇ ਬੱਚਿਆਂ ਨੂੰ ਇਹ ਅੱਖਰ ਪੜ੍ਹਾਇਆ, ਪਰ ਕਿਸੇ ਨੇ ਅੱਜ ਤੱਕ ਇਹਦਾ ਅਰਥ ਨਹੀਂ ਪੁੱਛਿਆ। ਜਿਵੇਂ ਆਪਾਂ ਇੱਕ ਓੰਕਾਰ ਇਹ ਪੜ੍ਹਦੇ ਹਾਂ, ਤੇ ਦੂਸਰਾ ਇਹਦਾ ਫਿਰ ਅਰਥ ਸਮਝਣਾ ਵੀ ਇਹਦਾ ਮਤਲਬ ਕੀ ਹੈ। ਇੱਕ ਕੀ ਹੈ, ਓਮ ਕੀ ਹੈ, ਉੱਪਰ ਜਿਹੜੀ ਕਾਰ ਲੱਗੀ ਹੈ ਉਹਦਾ ਕੀ ਅਰਥ ਹੈ। ਇਹ ਬਹੁਤ ਡੂੰਘਾ ਭੇਦ ਹੈ। ਇਸੇ ਪ੍ਰਕਾਰ ਹੀ ਪੰਡਤ ਜੀ ਬੜੇ ਹੈਰਾਨ ਹੋਏ ਵੀ ਓਮ ਦਾ ਅਰਥ ਇਹ ਬਾਲਕ ਪੁੱਛ ਰਿਹਾ ਹੈ, ਤੇ ਇਹ ਸਵਾਲ ਨੂੰ ਸੁਣ ਕੇ ਹੈਰਾਨ ਹੋ ਗਏ। ਪੁਨਹ ਅਰਥ ਕੋ ਭਾਖ ਸੁਨਾਇਓ। ਫਿਰ ਪੰਡਤ ਜੀ ਨੇ ਆਪਣੀ ਵਿਦਿਆ ਦੇ ਨਾਲ ਜਿਹੜਾ ਓਮ ਸ਼ਬਦ ਦਾ ਅਰਥ ਬਣਦਾ ਹੈ, ਓਮ ਦਾ ਜੋ ਅੱਖਰੀ ਅਰਥ ਬਣਦਾ ਹੈ, ਉਹ ਕਰਕੇ ਸੁਣਾਇਆ। ਰਜ ਸਤ ਤਮ ਸਿਵ ਬ੍ਰਹਮ ਹਰ ਚਤੁਰਥ ਸ਼ਕਤੀਮਾਨ। ਪੰਡਤ ਜੀ ਨੇ ਓਮ ਦੇ ਅਰਥ ਕੀਤੇ। ਕਹਿੰਦੇ ਕਿ ਓਮ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ 3 ਅੱਖਰ ਆਉਂਦੇ ਹੈ। ਇੱਕ ਤੇ ਐੜਾ, ਇਹਦੀ ਆ ਦੀ ਆਵਾਜ਼ ਆਉਂਦੀ ਹੈ। ਇੱਕ ਮਾਂ ਦੀ ਆਵਾਜ਼ ਆਉਂਦੀ ਹੈ। ਇੱਕ ਇਸੇ ਪ੍ਰਕਾਰ ਅਕਾਰ, ਉਕਾਰ, ਮਕਾਰ, ਪੁੰਨ, ਅਰਧ ਬਿੰਦ ਪਹਿਚਾਨ, ਇਹ ਓਮ ਦੇ ਅਰਥ ਹਨ। ਤੇ ਇਹ ਐੜੇ ਤੋਂ ਭਾਵ, ਆ ਤੋਂ ਭਾਵ ਆਕਾਰ, ਆਕਾਰ ਕਰਨ ਵਾਲੇ ਬ੍ਰਹਮਾ ਜੀ ਦੇਵਤੇ ਮੰਨੇ ਹਨ, ਜੋ ਸ੍ਰਿਸ਼ਟੀ ਨੂੰ ਬਣਾਉਂਦੇ ਆ, ਆਕਾਰ ਘੜਦੇ ਆ। ਇਸੇ ਪ੍ਰਕਾਰ ਉਕਾਰ ਤੋਂ ਪਾਲਣਾ ਕਰਨ ਵਾਲੇ ਉਹ ਕੌਣ ਮੰਨੇ ਹਨ? ਉਹ ਦੂਜੇ ਦੇਵਤੇ ਵਿਸ਼ਨੂੰ ਜੀ ਮੰਨੇ ਹਨ। ਇਸੇ ਪ੍ਰਕਾਰ ਮਕਾਰ ਤੋਂ ਭਾਵ ਹੈ ਲੈਤਾ ਕਰਨੀ, ਸੰਘਾਰ ਕਰਨਾ, ਉਹ ਸ਼ਿਵ ਜੀ ਦੇਵਤਾ ਮੰਨਿਆ ਹੈ। ਤੇ ਤਿੰਨਾਂ ਦੇ ਉੱਪਰ ਜਿਹੜੀ ਸ਼ਕਤੀ ਹੈ ਉਹ ਆਦਿ ਸੱਤਾ ਮੰਨੀ ਹੈ, ਉਹ ਸ਼ਕਤੀ ਚੌਥੀ ਮੰਨੀ ਹੈ। ਇਹ ਓਮ ਦੇ ਅਰਥ ਹਨ। ਜਦੋਂ ਪੰਡਤ ਦੇਵਦੱਤ ਨੇ ਇਹ ਓਮ ਦੇ ਅਰਥ ਕਰਕੇ ਸਤਿਗੁਰਾਂ ਨੂੰ ਸੁਣਾਏ ਕਿ ਜਿਹੜੇ ਬ੍ਰਹਮਾ ਜੀ ਸਤੋ ਗੁਣੀ, ਵਿਸ਼ਨੂੰ ਜੀ ਜਿਹੜੇ ਰਜੋ ਗੁਣੀ, ਸ਼ਿਵ ਜੀ ਜਿਹੜੇ ਤਮੋ ਗੁਣੀ, ਇਹ 3 ਗੁਣ ਹਨ, ਸਤੋ, ਰਜੋ ਤੇ ਤਮੋ। ਇਹ ਸਰੀਰਾਂ ਦੇ ਅੰਦਰ, ਸਾਡੇ ਅੰਦਰ ਵੀ ਵਰਤਦੇ ਹੈ।
ਜਿਹੜਾ ਸ਼ਾਂਤ ਸੁਭਾਅ ਵਾਲਾ ਹੈ, ਸਰਲ ਸੁਭਾਅ ਵਾਲਾ ਹੈ, ਉਹ ਸਤੋ ਗੁਣ ਦੇ ਵਿੱਚ ਪ੍ਰਧਾਨ ਰਹਿੰਦਾ ਹੈ। ਜਿਹੜਾ ਕੋਈ ਸੰਸਾਰ ਦੇ ਕੰਮਾਂ ਕਾਰਾਂ ਦੇ ਵਿੱਚ ਬਹੁਤਾ ਫਸਿਆ ਹੋਇਆ ਜੀਵ ਹੈ, ਉਹ ਰਜੋਗੁਣੀ ਹੈ। ਜਿਹੜਾ ਸੰਸਾਰ ਦੇ ਵਿੱਚ ਬਹੁਤਾ ਹੀ ਪਾਪਾਂ ਦੇ ਨਾਲ ਗ੍ਰਸਿਆ ਹੋਇਆ, ਮਾੜੇ ਕੰਮਾਂ ਦੇ ਵਿੱਚ ਪਿਆ ਹੋਇਆ, ਉਹ ਤਮੋ ਗੁਣੀ ਹੈ। ਇਸੇ ਪ੍ਰਕਾਰ ਹੀ ਪੰਡਤ ਜੀ ਨੇ ਓਮ ਸ਼ਬਦ ਦੇ ਅਰਥ ਕੀਤੇ ਕਿ ਓਮ ਦੇ ਅਰਥ ਹਨ ਕਿ ਇਹਦੇ ਵਿੱਚ ਇੱਕ ਦੇਵਤਾ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ, ਇੱਕ ਸ਼ਿਵ ਜੀ ਹੈ ਤੇ ਚੌਥੀ ਸੱਤਾ ਤਾਕਤ ਹੈ। ਇਹ ਅਰਥ ਕਰਕੇ ਸੁਣਾਏ। ਅਰਥ ਜਾਣੀਐ ਓਮ ਕੋ ਵੇਦ ਆਦਿ ਪਹਿਚਾਨ। ਪੰਡਤ ਜੀ ਕਹਿੰਦੇ ਹੈ ਬਾਲਕ ਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਪੜ੍ਹਾਉਣ ਲੱਗੇ ਨਾ ਤੇ ਕਹਿੰਦੇ ਪੰਡਤ ਜੀ ਇਹ ਅਰਥ ਕਰਦੇ ਆ ਕਿ ਇਹ ਬਾਲਕ ਇਹ ਓਮ ਦੇ ਅਰਥ ਹਨ, ਵੇਦਾਂ ਸ਼ਾਸਤਰਾਂ ਦੇ ਵਿੱਚ ਲਿਖੇ ਮਿਲਦੇ ਹਨ। ਚੌਪਈ ਸ੍ਰੀ ਨਾਨਕ ਕਹਿ ਪੰਡਤ ਰਾਏ। ਉਸ ਤੋਂ ਬਾਅਦ ਸਤਿਗੁਰਾਂ ਨੇ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਨ ਜਦੋਂ ਗੁਰਬਾਣੀ ਆਰੰਭ ਹੁੰਦੀ ਹੈ, ਇੱਕ ਓੰਕਾਰ, ਓੰਕਾਰ ਤੋਂ ਪਹਿਲਾਂ ਏਕਾ ਕਿਵੇਂ ਲਾਇਆ ਸਤਿਗੁਰਾਂ ਨੇ? ਓੰਕਾਰ ਦੇ ਓਮ ਦੇ ਜਿਹੜੇ ਭੇਦ ਸਨ, ਇਹਨੂੰ ਤਿੰਨ ਦੇਵਤੇ ਕਰਕੇ ਮੰਨਿਆ ਜਾਂਦਾ ਵੀ ਤਿੰਨ ਦੇਵਤੇ ਹਨ। ਇੱਕ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਇੱਕ ਪਾਲਣਾ ਕਰਦਾ ਹੈ, ਇੱਕ ਸੰਘਾਰ ਕਰਦਾ ਹੈ। ਜਿਵੇਂ ਜਪਜੀ ਸਾਹਿਬ ਦੇ ਅੰਦਰ ਹੀ ਆ ਜਾਂਦਾ ਹੈ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਸਤਿਗੁਰੂ ਜੀ ਕਹਿੰਦੇ ਉਹ ਵੇਖਿਆ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਿਡਾਨ। ਇਹਨਾਂ ਤਿੰਨਾਂ ਦੇ ਉੱਤੇ ਵੀ ਇੱਕ ਹੈ, ਉਹ ਪਰਮੇਸ਼ਰ ਹੈ। ਉਸ ਨੂੰ ਇਹ ਵੀ ਨਹੀਂ ਵੇਖਦੇ, ਪਰ ਉਹ ਸਭ ਦੀ ਆਦ, ਸਭ ਦਾ ਮੁੱਢ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਤ ਜੀ ਨੂੰ ਜਦੋਂ ਇਹ ਅਰਥ ਕੀਤੇ ਨਾ ਓਮ ਦੇ, ਤੇ ਸਤਿਗੁਰੂ ਜੀ ਪੰਡਤ ਜੀ ਨੂੰ ਇਹਦਾ ਅਸਲੀ ਅਰਥ ਅੱਗੇ ਇੱਕ ਲਾ ਕੇ ਕਿ ਇਹ ਤਿੰਨੇ ਦੇਵਤੇ ਜਿਹੜੇ ਹਨ ਇਹ ਕਿਹਦੇ ਅਧੀਨ ਹਨ ਉਹ ਦੱਸਦੇ ਹਨ। ਇਸ ਮੈਂ ਚੂਕ ਬਹੁਤ ਅਧਿਕਾਏ। ਸਤਿਗੁਰੂ ਜੀ ਕਹਿੰਦੇ ਪੰਡਤ ਜੀ ਇਸ ਓਮ ਦੇ ਵਿੱਚ ਇੱਕ ਕਮੀ ਰਹਿੰਦੀ ਹੈ, ਇੱਕ ਭੁੱਲ ਤੁਸੀਂ ਕਰ ਰਹੇ ਹੋ। ਓਮ ਦੇ ਅਰਥ ਤੁਸੀਂ ਕਰ ਦਿੱਤੇ ਹੈ ਕਿ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਹੈ, ਪਰ ਇਹਦੇ ਵਿੱਚ ਇੱਕ ਗਲਤੀ ਰਹਿੰਦੀ ਹੈ। ਜਿਸ ਤੇ ਪੈਦਾ ਹੋਏ ਸਭ ਏਵ। ਸਤਿਗੁਰੂ ਜੀ ਕਹਿੰਦੇ ਵੀ ਇਹ ਕਿਹਦੇ ਤੋਂ ਪੈਦਾ ਹੋਏ ਆ? ਵੀ ਬ੍ਰਹਮਾ ਤਾਂ ਕਹਿੰਦੇ ਹੋ ਵੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਤੇ ਬ੍ਰਹਮਾ ਕਿਸ ਤੋਂ ਪੈਦਾ ਹੋਇਆ? ਵਿਸ਼ਨੂੰ ਕਿਸ ਤੋਂ ਪੈਦਾ ਹੋਇਆ? ਸ਼ਿਵ ਜੀ ਕਿਸ ਤੋਂ ਪੈਦਾ? ਇਹ ਵੀ ਤੇ ਕਿਸੇ ਤੋਂ ਪੈਦਾ ਹੋਏ ਆ ਨਾ। ਉਹ ਕੌਣ ਹੈ ਜਿਹੜਾ ਇਹਨਾਂ ਨੂੰ ਵੀ ਪੈਦਾ ਕਰਦਾ ਹੈ, ਜਿਸ ਨੇ ਬ੍ਰਹਮਾ ਨੂੰ ਸਾਜ ਦਿੱਤਾ? ਇੱਕ ਬ੍ਰਹਮਾ ਨੇ ਕਰੋੜਾਂ ਬ੍ਰਹਮੇ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਇੱਕ ਬ੍ਰਹਮਾ ਨੇ ਕਰੋੜਾਂ ਹੀ ਬ੍ਰਹਮੇ ਹਨ, ਉਹ ਪਰਮੇਸ਼ਰ ਦੇ ਕਰੋੜਾਂ ਹੀ ਖੰਡ ਬ੍ਰਹਿਮੰਡ ਉਹਨੇ ਬਣਾਏ। ਤੇ ਉਹ ਸਤਿਗੁਰੂ ਜੀ ਕਹਿੰਦੇ ਜਿਹੜਾ ਇਹਨਾਂ ਨੂੰ ਵੀ ਬਣਾ ਰਿਹਾ ਹੈ, ਇਹਨਾਂ ਨੂੰ ਵੀ ਘੜਨ ਵਾਲਾ ਹੈ, ਇਹਨਾਂ ਨੂੰ ਵੀ ਸਿਰ ਬਸਿਰ ਕੰਮੇ ਲਾਉਣ ਵਾਲਾ ਹੈ, ਉਹ ਕੌਣ ਹੈ? ਉਹਦੇ ਬਾਰੇ ਦੱਸੋ। ਉਸ ਕਾ ਤੁਮਨੇ ਜਾਣਤ ਭੇਵ। ਸਤਿਗੁਰੂ ਜੀ ਕਹਿੰਦੇ ਪੰਡਤ ਜੀ ਉਹਦਾ ਭੇਦ ਨਹੀਂ ਤੁਸੀਂ ਜਾਣਦੇ, ਬਸ ਇੱਥੇ ਹੀ ਖੜ ਗਏ ਕਿ ਇੱਕ ਬ੍ਰਹਮਾ ਹੈ, ਇੱਕ ਸ਼ਿਵ ਜੀ ਹੈ, ਇੱਕ ਵਿਸ਼ਨੂੰ ਹੈ। ਇਹਨਾਂ ਨੂੰ ਪੂਜਣ ਲੱਗ ਪਏ। ਵਿਸ਼ਨੂੰ ਜੀ ਪਾਲਣਾ ਕਰਦੇ ਆ ਤਾਂ ਪੂਜਦੇ ਆ, ਤੇ ਸ਼ਿਵ ਜੀ ਸੰਘਾਰ ਕਰਦਾ, ਮੌਤ ਕਰਦਾ, ਡਰ ਲੱਗਦਾ ਤਾਂ ਪੂਜਦੇ ਆ। ਬ੍ਰਹਮਾ ਜੀ ਨੂੰ ਕੋਈ ਨਹੀਂ ਪੂਜਦਾ। ਇੰਡੀਆ ਦੇ ਅੰਦਰ ਤੁਸੀਂ ਦੇਖੋ ਸ਼ਿਵ ਜੀ ਦੇ ਮੰਦਿਰ ਬਹੁਤ ਮਿਲਣਗੇ, ਵਿਸ਼ਨੂੰ ਦੇ ਬਹੁਤ ਮਿਲਣਗੇ, ਬ੍ਰਹਮਾ ਦਾ ਕੋਈ ਮੰਦਿਰ ਨਹੀਂ। ਕਿਤੇ ਨਹੀਂ ਬ੍ਰਹਮਾ ਨੂੰ ਪੂਜਿਆ ਜਾਂਦਾ, ਕਿਉਂਕਿ ਉਸਨੇ ਜਨਮ ਦੇ ਦਿੱਤਾ, ਕਹਿੰਦੇ ਹੁਣ ਲੋੜ ਨਹੀਂ ਉਹਨੂੰ ਪੂਜਣ। ਇੱਕੋ ਹੀ ਇੰਡੀਆ ਦੇ ਵਿੱਚ ਪੁਸ਼ਕਰ ਦੇ ਅੰਦਰ ਬ੍ਰਹਮਾ ਜੀ ਦਾ ਮੰਦਿਰ ਹੈ, ਹੋਰ ਕਿਤੇ ਮੰਦਿਰ ਨਹੀਂ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਪੰਡਤ ਜੀ ਇਹਦੇ ਤੋਂ ਅੱਗੇ ਵੀ ਕੋਈ ਹੈ ਜਿਹੜਾ ਇਹਨਾਂ ਨੂੰ ਵੀ ਬਣਾਉਣ ਵਾਲਾ, ਸਾਜਣ ਵਾਲਾ ਹੈ ਨਾ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਇੱਕ ਹੈ। ਉਸ ਦੇ ਬਾਰੇ ਤੁਸੀਂ ਦੱਸੋ। ਸੁਨ ਪੰਡਤ ਮਨ ਮਾਹੇ ਵਿਚਾਰੀ। ਜਦੋਂ ਪੰਡਤ ਜੀ ਨੇ ਸਵਾਲ ਸੁਣੇ, ਇਹ ਜਵਾਬ ਸੁਣੇ, ਤੇ ਪੰਡਤ ਜੀ ਆਪਣੀ ਚਰਚਾ ਦੇ ਵਿੱਚ, ਕਿਉਂਕਿ ਦਿਗਵਿਜੇ ਪੰਡਤ ਸੀ, ਚਾਰੇ ਤਰਫਾਂ ਇਸਨੇ ਜਿੱਤੀਆਂ ਸੀ। ਕੋਈ ਵਿਦਵਾਨ, ਕੋਈ ਪੰਡਤ ਇਹਦੇ ਸਾਹਮਣੇ ਗੱਲ ਨਹੀਂ ਸੀ ਕਰ ਸਕਦਾ, ਇੰਨਾ ਪੜ੍ਹਿਆ ਲਿਖਿਆ ਵਿਦਵਾਨ। ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਹ ਸਵਾਲ ਕਰ ਦਿੱਤਾ ਨਾ ਵੀ ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਉਹ ਕੌਣ ਹੈ, ਤੇ ਪੰਡਤ ਜੀ ਵੀ ਵਿਚਾਰਾਂ ਦੇ ਵਿੱਚ ਪੈ ਗਏ।
ये तो महापुरख ਤੇ अवतारी ਅਖੀਰੀ ਪੰਡਤ ਦੇਵਦੱਤ ਨੇ ਇਹ ਆਪਣੇ ਮਨ ਦੇ ਵਿੱਚ ਜਾਣ ਲਿਆ ਕਿ ਇਹ ਆਮ ਬਾਲਕ ਨਹੀਂ ਹੈ, ਇਹ ਆਮ ਬਾਲਕ ਹੋ ਹੀ ਨਹੀਂ ਸਕਦਾ। ਇੰਨੀ 10 ਸਾਲ ਦੀ ਉਮਰ ਦੇ ਵਿੱਚ ਜਿਹੜਾ ਇੰਨੀਆਂ ਗਿਆਨ ਦੀਆਂ ਗੱਲਾਂ, ਉਹ ਵੀ ਗੱਲਾਂ ਜਿਹੜੀਆਂ ਮੈਨੂੰ ਨਿਰੁੱਤਰ ਕਰ ਦਿੱਤਾ, ਮੈਨੂੰ ਕੋਈ ਜਵਾਬ ਨਹੀਂ ਆ ਰਿਹਾ, ਤੇ ਇਹ ਤੇ ਕੋਈ ਅਵਤਾਰੀ ਰੱਬ ਦੀ ਭੇਜੀ ਹੋਈ ਸ਼ਕਤੀ ਹੈ। ਇਹ ਸਮਝ ਕੇ ਪੰਡਤ ਜੀ ਸਤਿਗੁਰਾਂ ਦੇ ਚਰਨੀ ਪੈ ਗਏ। मैं पढ़ियो ना संति आई ਤੇ ਪੰਡਤ ਜੀ ਇਹ ਸੋਚਦੇ ਹਨ ਕਿ ਬੜੀ ਜ਼ਿੰਦਗੀ ਸਾਰੀ ਲੰਘ ਗਈ, ਮੈਂ ਵੇਦ ਸ਼ਾਸਤਰ ਬਹੁਤ ਪੜ੍ਹੇ, ਗ੍ਰੰਥ ਬਹੁਤ ਪੜ੍ਹੇ, ਬੜੇ ਪੰਡਤਾਂ ਨੂੰ ਜਿੱਤਿਆ, ਪਰ ਸ਼ਾਂਤੀ ਨਹੀਂ ਆਈ ਅੰਦਰ, ਕਿਉਂਕਿ ਸ਼ਾਂਤੀ ਉਸ ਇੱਕ ਦੇ ਨਾਲ ਜੁੜ ਕੇ ਆਉਣੀ ਹੈ। ਜਿੰਨਾ ਚਿਰ ਉਸ ਇੱਕ ਦੇ ਨਾਲ ਆਪਾਂ ਨਹੀਂ ਜੁੜਦੇ, ਇਹੀ ਸਿਧਾਂਤ ਸਤਿਗੁਰਾਂ ਨੇ ਪੰਡਤ ਜੀ ਨੂੰ ਦ੍ਰਿੜ ਕਰਵਾਇਆ ਕਿ ਸਭ ਦੀ ਆਦ, ਸਭ ਦੀ ਮੁੱਢ ਜਿਹੜਾ ਉਹ ਇੱਕੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਜਿੰਨਾ ਚਿਰ ਇੱਕ ਦੇ ਨਾਲ ਨਹੀਂ ਜੁੜਦੇ, ਉਹਨਾਂ ਚਿਰ ਸਾਨੂੰ ਸ਼ਾਂਤੀ ਨਹੀਂ ਆ ਸਕਦੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਅੰਦਰ ਵੀ ਇਹ ਬਚਨ ਕਹੇ ਹਨ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਹ। ਉੱਥੇ ਵੀ ਸਤਿਗੁਰਾਂ ਨੇ ਗੱਲ ਇੱਕ ਦੀ ਕੀਤੀ ਹੈ ਵੀ ਅਸਲ ਦੇ ਵਿੱਚ ਇੱਕ ਦੇ ਨਾਲ ਜੁੜਨ ਵਾਲੀ ਜਿਹੜੀ ਗੱਲ ਹੈ ਨਾ, ਉਹੀ ਲੇਖੇ ਦੇ ਵਿੱਚ ਪੈਂਦੀ ਹੈ। ਬਾਕੀ ਤੇ ਸਭ ਇੱਕ ਗ੍ਰੰਥਾਂ ਦਾ ਗਿਆਨ ਹੈ, ਅਖਰੀ ਗਿਆਨ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਹ ਬਚਨ ਕੀਤੇ ਤੇ ਪੰਡਤ ਜੀ ਕਹਿੰਦੇ ਹਨ ਕਿ ਵਿਦਿਆ ਬਹੁਤ ਪੜ੍ਹ ਲਈ ਹੈ, ਪਰ ਅੰਦਰ ਸ਼ਾਂਤੀ ਨਹੀਂ ਆਈ। दर्शन इनते सहज सुपाई ਤੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਪੰਡਤ ਜੀ ਨੇ, ਇਹ ਸੁੰਦਰ ਬਚਨ ਸੁਣੇ ਤੇ ਮਨ ਜਿਹੜਾ ਸ਼ਾਂਤ ਹੋ ਗਿਆ। ਮਨ ਦੇ ਅੰਦਰ ਜਿਹੜਾ ਹੰਕਾਰ ਸੀ ਨਾ ਵਿਦਿਆ ਦਾ, ਵੀ ਮੈਂ ਬਹੁਤ ਵੱਡਾ ਵਿਦਵਾਨ ਪੜ੍ਹਿਆ ਲਿਖਿਆ ਹਾਂ, ਉਹ ਸਾਰਾ ਹੀ ਇੱਕ ਛਿਣ ਦੇ ਵਿੱਚ ਹੀ ਦੂਰ ਹੋ ਗਿਆ। ਤੇ ਹੰਕਾਰ ਦਾ ਹੀ ਦੁੱਖ ਹੁੰਦਾ ਬੰਦੇ ਨੂੰ। ਸਾਡੇ ਅੰਦਰ ਦੁਖੀ ਕਿਉਂ ਹੁੰਦੇ? ਜਦੋਂ ਹੰਕਾਰ ਹੁੰਦਾ, ਕਿਸੇ ਵੀ ਚੀਜ਼ ਦਾ ਹੰਕਾਰ ਸਾਡੇ ਅੰਦਰ ਆਵੇ ਫਿਰ ਅਸੀਂ ਦੁਖੀ ਹੁੰਦੇ। ਧਨ ਦਾ ਆ ਜਾਏ ਮਨ ਦੇ ਵਿੱਚ, ਧਨ ਦਾ ਆ ਜਾਏ, ਸਰੀਰ ਦਾ ਆ ਜਾਏ, ਕਿਸੇ ਪ੍ਰਕਾਰ ਦਾ ਵੀ ਕੋਈ ਹੰਕਾਰ ਅੰਦਰ ਆ ਜਾਏ ਵੀ ਮੈਂ ਆਹ ਕੰਮ ਕਰ ਸਕਦਾ, ਤੇ ਸਮਝ ਲਓ ਫਿਰ ਦੁਖੀ ਹੁੰਦਾ। ਤੇ ਜਦੋਂ ਸਾਰੀ ਵਿਦਿਆ ਦਾ ਹੰਕਾਰ ਦੂਰ ਹੋ ਗਿਆ ਤੇ ਮਨ ਸੀ ਜਿਹੜਾ ਉਹ ਸ਼ਾਂਤ ਹੋ ਗਿਆ। सदा प्रेम से पूछन लगा ਅੰਦਰ ਸ਼ਰਧਾ ਪੈਦਾ ਹੋ ਗਈ। ਜਦੋਂ ਹੰਕਾਰ ਦੂਰ ਹੋ ਜਾਏ ਨਾ, ਫਿਰ ਅੰਦਰ ਸ਼ਰਧਾ ਆਉਂਦੀ ਹੈ, ਤੇ ਜਦੋਂ ਸ਼ਰਧਾ ਪੈਦਾ ਹੋ ਗਈ ਫਿਰ ਪ੍ਰੇਮ ਵੀ ਆ ਗਿਆ। ਤੇ ਪ੍ਰੇਮ ਦੇ ਵਿੱਚ ਆ ਕੇ ਫਿਰ ਪੰਡਤ ਜੀ ਨੇ ਬੇਨਤੀ ਕੀਤੀ, कौन ओम ते भाखो आगा ਕਹਿਣ ਲੱਗਿਆ ਮਹਾਰਾਜ ਓਮ ਤੋਂ ਅੱਗੇ ਕੌਣ ਹੈ, ਫਿਰ ਉਹਦੇ ਬਾਰੇ ਦੱਸੋ। ਵੀ ਅਸੀਂ ਤੇ ਓਮ ਤੇ ਖੜ ਗਏ ਆ ਜਾ ਕੇ, ਵੀ ਓਮ ਤੋਂ ਅੱਗੇ ਕੁਝ ਨਹੀਂ ਹੈ। ਓਮ ਕੀ ਹੈ? ਬ੍ਰਹਮਾ, ਸ਼ਿਵ ਜੀ, ਵਿਸ਼ਨੂੰ, ਇਹੀ ਇੱਕ ਬਣਾ ਰਿਹਾ ਸ੍ਰਿਸ਼ਟੀ ਨੂੰ, ਇੱਕ ਪਾਲ ਰਿਹਾ, ਇੱਕ ਖਤਮ ਕਰ ਰਿਹਾ। ਬਸ ਇੱਥੇ ਖੜ ਗਏ ਆ ਕੇ, ਪਰ ਇਹ ਓਮ ਤੋਂ ਅੱਗੇ ਕੀ ਹੈ ਉਹਦੇ ਬਾਰੇ ਦੱਸੋ। जग गुर करना कर मुख बोले ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਮੁਬਾਰਕ ਮੁਖ ਤੋਂ ਬੋਲੇ ਹਨ। बचन जिन्हों के अति अमोले ਜਿਨ੍ਹਾਂ ਦੇ ਬਚਨ ਕਵੀ ਜੀ ਕਹਿੰਦੇ ਬੜੇ ਅਮੋਲਕ ਹਨ। ਬੜੇ ਅਮੁੱਲ ਬਚਨ ਜਿਹੜੇ ਸਤਿਗੁਰੂ ਜੀ ਬੋਲੇ ਹਨ। हे पंडित सुनिए जो आद ਪੰਡਤ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿ ਪੰਡਤ ਦੇਵਦੱਤ ਜੀ ਸੁਣੋ, ਸਭ ਦੀ ਜੋ ਆਦ ਹੈ, ਆਦ ਤੋਂ ਭਾਵ ਹੈ ਕਿ ਜਿਸ ਤੋਂ ਅੱਗੇ ਕੁਝ ਨਹੀਂ ਹੈ, ਜਿਹੜਾ ਸਭ ਦੀ ਅਖੀਰ ਹੈ, ਜਿਸ ਤੋਂ ਸਾਰੇ ਹੀ ਪੈਦਾ ਹੋ ਰਹੇ ਹੈ, ਜਿਸ ਤੋਂ ਸਾਰੇ ਹੀ, ਜਿਨ੍ਹਾਂ ਦੀ ਉਤਪਤੀ, ਜਿਨ੍ਹਾਂ ਦੀ ਹੋਂਦ, ਜਿਨ੍ਹਾਂ ਦਾ ਐਂਡ ਜਿਹੜਾ ਉਹ ਸਭ ਦਾ ਉੱਥੇ ਜਾ ਕੇ ਹੋ ਜਾਂਦਾ ਵੀ ਇਦੋਂ ਅੱਗੇ ਕੁਝ ਨਹੀਂ। ਉਹ ਜਿਹੜਾ ਹੈ ਨਾ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੀ ਹੈ, ਸਭ ਦੀ ਆਦ। ਮੂਲ ਮੰਤਰ ਦੇ ਅੰਦਰ ਆਪਾਂ ਪੜ੍ਹਦੇ ਹਨ ਆਦ ਸੱਚ, ਜੁਗਾਦ ਸੱਚ। ਆਦ ਦੇ ਵਿੱਚ ਸੱਚ ਹੈ, ਤੇ ਸੱਚ ਕੌਣ ਹੈ? ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਉਹੀ ਸੱਚ ਹੈ। ਆਦ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਉਹ ਸੱਚ ਇੱਕੋ ਪਰਮੇਸ਼ਰ ਵਾਹਿਗੁਰੂ ਹੀ ਹੈ। एक निरंजन सब परमाद ਇੱਕ ਨਿਰੰਜਨ ਸਭ ਪ੍ਰਮਾਦ। ਉਹ ਇੱਕ ਨਿਰੰਜਨ ਹੈ, ਨਿਰਅੰਜਨ। ਅੰਜਨ ਕਹਿੰਦੇ ਹਨ ਕਾਲਖ ਨੂੰ, ਸੁਰਮੇ ਨੂੰ, ਤੇ ਸੁਰਮਾ ਕਾਲਾ ਹੁੰਦਾ, ਤੇ ਕਾਲੀ ਕੀ ਹੈ? ਮਾਇਆ। ਜਿੰਨੀ ਵੀ ਇਹ ਰਚਨਾ ਹੈ ਨਾ, ਸਾਰੀ ਮਾਇਆ ਅਧੀਨ ਹੈ।
ਇੱਕੋ ਅਕਾਲ ਪੁਰਖ ਹੀ ਹੈ ਜਿਹੜਾ ਨਿਰਅੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ। ਇਸ ਕਰਕੇ ਉਹ ਇੱਕ ਹੈ। ਬਾਕੀ ਜਿੰਨੀ ਰਚਨਾ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ, ਇਹ ਸਭ ਉਸੇ ਦੀ ਮਾਇਆ ਦੇ ਵਿੱਚ ਹੀ ਆਉਂਦੇ ਨੇ, ਕਿਉਂਕਿ ਉਹਦੀ ਕਿਰਤ ਹਨ ਤੇ ਕਿਰਤ ਉਸ ਦੀ ਮਾਇਆ ਹੀ ਹੈ। ਇੱਕ ਕਰਤਾ, ਇੱਕ ਕਿਰਤ। ਕਰਤਾ ਜਿਹੜਾ ਕਰਨ ਵਾਲਾ ਹੈ ਤੇ ਜਿਹੜੀ ਉਸਨੇ ਕੀਤੀ ਹੈ ਉਹ ਕਿਰਤ ਹੈ। ਉਹ ਕੀ ਹੈ? ਮਾਇਆ। ਮਾਇਆ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਨਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਮਾਈ ਕੀ ਹੈ? ਮਾਇਆ। ਉਸੇ ਮਾਇਆ ਤੋਂ ਹੀ ਇਹ ਤਿੰਨ ਚੇਲੇ ਜਿਹੜੇ ਹਨ ਪੈਦਾ ਹੋਏ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਸਤਿਗੁਰੂ ਜੀ ਕਹਿੰਦੇ ਹਨ ਕਿ ਇੱਕ ਅਕਾਲ ਪੁਰਖ ਹੀ ਨਿਰਅੰਜਨ ਮਾਇਆ ਦੀ ਕਾਲਖ ਤੋਂ ਰਹਿਤ ਜਿਹੜਾ ਸੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ, ਫਿਰ ਉਹ ਪਰਮ ਆਦ। ਇਹਨਾਂ ਸਭ ਦੀ ਆਦ, ਸਭ ਦਾ ਮੁੱਢ ਉਹ ਇੱਕੋ ਵਾਹਿਗੁਰੂ ਹੀ ਹੈ। ਓੰਕਾਰ ਤੇ ਏਕ ਉਪਜਾਇਓ। ਸਤਿਗੁਰੂ ਜੀ ਕਹਿੰਦੇ ਓੰਕਾਰ ਤੇ ਏਕ ਉਪਜਾਇਓ। ਓੰਕਾਰ ਤੋਂ ਅੱਗੇ ਸਤਿਗੁਰਾਂ ਨੇ ਇੱਕ ਲਾ ਦਿੱਤਾ, ਇਹ ਸ਼ਬਦ ਬਣਾ ਦਿੱਤਾ, ਇੱਕ ਓੰਕਾਰ। ਪਰਮਾਤਮਾ ਇੱਕ, ਓੰਕਾਰ ਸਭ ਦਾ ਪ੍ਰਕਾਸ਼ਕ। ਓੰ ਜਿੰਨੇ ਇਹ ਦੇਵਤੇ ਤਿੰਨ ਆ ਗਏ, ਤੇ ਜਿਹੜੀ ਉੱਪਰ ਕਾਰ ਲੱਗੀ ਹੈ ਉਹ ਉਹਦੀ ਸੱਤਾ, ਜਿਹਦੀ ਸੱਤਾ ਨੂੰ ਪਾ ਕੇ ਤਿੰਨੇ ਦੇਵਤੇ ਕਰਮ ਕਰ ਰਹੇ ਹੈ। ਇੱਕ ਪੈਦਾ ਕਰ ਰਿਹਾ, ਇੱਕ ਸੰਘਾਰ ਕਰ ਰਿਹਾ, ਇੱਕ ਪਾਲਣਾ ਕਰ ਰਿਹਾ। ਤੇ ਇਹ ਸਾਰੇ ਕਿਹਦੇ ਅਧੀਨ ਹੈ? ਇੱਕ ਦੇ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਉਹ ਇੱਕੋ ਹੀ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਸਭ ਦੀ ਅਖੀਰ, ਸਭ ਦੀ ਯਾਦ ਇੱਕ ਵਾਹਿਗੁਰੂ ਪਰਮੇਸ਼ਰ ਓੰਕਾਰ, ਜੋ ਸਭ ਦਾ ਪ੍ਰਕਾਸ਼ਕ ਹੈ। ਆਏ ਆਗਿਆ ਸਿਸ਼ਟ ਰਚਾਇਓ। ਤੇ ਉਸੇ ਦੀ ਆਗਿਆ ਪਾ ਕੇ ਹੀ ਇਹ ਸ੍ਰਿਸ਼ਟੀ ਜਿਹੜੀ ਹੈ ਨਾ ਉਹ ਰਚੀ ਜਾ ਰਹੀ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਇੱਕ ਓੰਕਾਰ ਤੋਂ ਹੀ ਇਹ ਸਾਰੀ ਜਿੰਨੀ ਰਚਨਾ ਹੈ ਨਾ ਉਹ ਪੈਦਾ ਹੋਈ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇੱਕੋ ਕਵਾਓ, ਇੱਕੋ ਬਚਨ ਕੀ ਹੈ? ਓੰਕਾਰ। ਉਹ ਪਰਮੇਸ਼ਰ ਨੇ ਓੰਕਾਰ ਸ਼ਬਦ ਤੋਂ ਹੀ ਇਹ ਸਾਰੀ ਰਚਨਾ ਜਿਹੜੀ ਹੋਂਦ ਦੇ ਵਿੱਚ ਆਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਭ ਦੀ ਆਦ, ਸਭ ਦੀ ਅਖੀਰ ਇੱਕ ਓੰਕਾਰ ਪਰਮੇਸ਼ਰ ਵਾਹਿਗੁਰੂ ਹੀ ਹੈ। ਸੁਨ ਪੰਡਤ ਚਰਨਨ ਪਰ ਪਰਿਓ। ਜਦੋਂ ਪੰਡਤ ਜੀ ਨੇ ਇਹ ਸੁੰਦਰ ਬਚਨ ਸਤਿਗੁਰਾਂ ਦੇ ਸੁਣਿਆ ਨਾ ਵੀ ਓਮ ਤੋਂ ਅੱਗੇ ਵੀ ਸਭ ਦੀ ਹੋਂਦ ਇੱਕ ਵਾਹਿਗੁਰੂ ਅਕਾਲ ਪੁਰਖ ਹੈ, ਤੇ ਸਤਿਗੁਰਾਂ ਦੇ ਚਰਨੀ ਪੈ ਗਏ ਪੰਡਤ ਜੀ। ਭੋਲ ਛਿਮੋ ਹਮ ਤੋ ਅਨਸਰਿਓ। ਕਹਿਣ ਲੱਗਿਆ ਮਹਾਰਾਜ ਅਸੀਂ ਤੇ ਭੁੱਲ ਦੇ ਵਿੱਚ ਹੀ ਰਹੇ, ਇੰਨਾ ਸਮਾਂ ਇੰਨੀ ਵਿਦਿਆ ਪੜ੍ਹ ਲਈ, ਗ੍ਰੰਥ ਪੜ੍ਹ ਲਏ, ਪਰ ਉਸ ਇੱਕ ਦੇ ਨਾਲ ਨਹੀਂ ਜੁੜ ਸਕੇ। ਵਿਦਿਆ ਪੜ ਬੜ ਮੋਹ ਅਹੰਕਾਰ। ਵਿਦਿਆ ਪੜ੍ਹ ਪੜ੍ਹ ਕੇ ਅਸੀਂ ਵੱਡੇ ਮੋਹ ਦੇ ਵਿੱਚ, ਹੰਕਾਰ ਦੇ ਵਿੱਚ ਆ ਗਏ ਕਿ ਅਸੀਂ ਬੜੇ ਵੱਡੇ ਵਿਦਵਾਨ ਹਾਂ, ਬੜੇ ਪੜ੍ਹੇ ਲਿਖੇ ਹਾਂ। ਇਸੇ ਹੰਕਾਰ ਦੇ ਵਿੱਚ ਹੀ ਰਹਿ ਗਏ। ਬਚਰਾਵਰਨ ਅਵ ਕਟ ਡਾਰਾ। ਪਰ ਆਪ ਜੀ ਦੇ ਸੁੰਦਰ ਬਚਨਾਂ ਨੇ ਸਾਡਾ ਸਾਰਾ ਹੀ ਹੰਕਾਰ ਜਿਹੜਾ ਹੈ ਨਾ ਉਹ ਦੂਰ ਕਰ ਦਿੱਤਾ ਹੈ। ਦਾਸ ਜਾਨ ਮੁਝ ਆਪ ਬਚਾਵੋ। ਕਿਰਪਾ ਕਰੋ ਮਹਾਰਾਜ, ਹੁਣ ਤੁਸੀਂ ਮੈਨੂੰ ਆਪਣਾ ਦਾਸ ਸਮਝ ਕੇ ਮੇਰੇ ਤੇ ਕਿਰਪਾ ਕਰੋ। ਭਾਵ ਸਾਗਰ ਸੇ ਪਾਰ ਕਰਾਵੋ। ਜਿਹੜਾ ਇਹ ਸੰਸਾਰ ਸਮੁੰਦਰ ਹੈ ਨਾ ਇਹਦੇ ਤੋਂ ਪਾਰ ਕਿਵੇਂ ਹੋ ਸਕੀਏ ਹੁਣ, ਉਹਦੇ ਵਾਸਤੇ ਕੋਈ ਸੁੰਦਰ ਉਪਦੇਸ਼ ਕਿਰਪਾ ਕਰੋ। ਭਾਵ ਸਾਗਰ ਸੇ ਪਾਰ ਕਰਾਓ, ਕਿਰਪਾ ਦ੍ਰਿਸ਼ਟ ਸੇ ਗੁਰ ਤਬ ਹੇਰਾ। ਜਦੋਂ ਪੰਡਤ ਜੀ ਨੇ ਬੇਨਤੀ ਕੀਤੀ ਨਾ ਕਿ ਮਹਾਰਾਜ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ, ਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ, ਮਿਹਰ ਦੀ ਨਿਗਾਹ ਦੇ ਨਾਲ ਜਦੋਂ ਪੰਡਤ ਜੀ ਦੇ ਵੱਲ ਵੇਖਿਆ, ਕੀਨ ਨਿਹਾਰ ਤਬੀ ਬਿਨ ਦੇਰਾ। ਤੇ ਬਿਨਾਂ ਦੇਰ ਤੋਂ ਸਤਿਗੁਰਾਂ ਨੇ ਨਾਨਕ ਨਦਰੀ ਨਦਰ ਨਿਹਾਲ, ਜਦੋਂ ਮਿਹਰ ਦੀ ਨਿਗਾਹ ਕੀਤੀ ਤੇ ਨਿਗਾਹ ਦੇ ਵਿੱਚ ਹੀ ਕਿਰਪਾ ਕਰਕੇ ਪੰਡਤ ਜੀ ਨੂੰ ਨਿਹਾਲ ਕਰ ਦਿੱਤਾ। ਇਸ ਸੰਸਾਰ ਦੇ ਦੁੱਖਾਂ ਤੋਂ ਜਿੰਨੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਦੂਰ ਕਰ ਦਿੱਤੇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹਦੀ ਕਿਰਪਾ ਕਰ ਦਿੱਤੀ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਇਹ ਬਖਸ਼ਿਸ਼ ਕਰ ਦਿੱਤੀ। ਇਸ ਮਹਾਨ ਕਿਰਪਾ ਸਤਿਗੁਰਾਂ ਨੇ ਪੰਡਤ ਦੇਵਦੱਤ ਦੇ ਉੱਪਰ ਕੀਤੀ, ਜਿਸ ਨੂੰ ਨਿਹਾਲ ਕੀਤਾ, ਜਿਸ ਨੂੰ ਇਹ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ। ਜਿਹੜਾ ਓਮ ਦਾ ਭੇਦ ਪਿਆ ਹੋਇਆ ਸੀ, ਤਿੰਨ ਦੇਵਤੇ ਮੰਨੇ ਜਾਂਦੇ ਸੀ, ਉਹਦੇ ਅੱਗੇ ਸਤਿਗੁਰਾਂ ਨੇ ਏਕਾ ਲਾਇਆ ਵੀ ਇਹਦੇ ਤੋਂ ਵੀ ਅੱਗੇ ਇੱਕ ਹੈ।
ਸਭ ਦੀ ਜਿਹੜਾ ਆਦ ਹੈ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਹੈ। ਉਸੇ ਤੋਂ ਹੀ ਇਹ ਸਾਰੇ ਪੈਦਾ ਹੋ ਰਹੇ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦਸਮ ਗ੍ਰੰਥ ਦੇ ਅੰਦਰ ਵੀ ਬਚਨ ਕਹੇ ਹਨ। ਸਤਿਗੁਰੂ ਜੀ ਕਹਿੰਦੇ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਿਨਾਸੀ ਤਿਹ ਪਰਮੇਸ਼ਰ ਜਾਨੋ। ਸਤਿਗੁਰੂ ਜੀ ਕਹਿੰਦੇ ਬਿਨਾਂ ਕਰਤਾਰ ਤੋਂ ਅਸੀਂ ਕਿਰਤ ਨੂੰ ਨਹੀਂ ਮੰਨਦੇ, ਕਿਉਂਕਿ ਇਹ ਤੇ ਕਿਰਤ ਹੈ ਨਾ ਉਹਦੀ। ਜੇ ਦੇਵੀ ਦੇਵਤੇ 33 ਕਰੋੜ ਬਣਾ ਦਿੱਤੇ, ਸਿੱਧ ਪੀਰ ਮੁਨ ਰਿਸ਼ੀ, ਇਹ ਸਭ ਉਹ ਪਰਮੇਸ਼ਰ ਨੇ ਪੈਦਾ ਕੀਤੇ ਹੈ ਤੇ ਉਹਦੀ ਕਿਰਤ ਹੋ ਗਈ। ਤੇ ਇਸ ਕਿਰਤ ਨੂੰ ਪੈਦਾ ਕਰਨ ਵਾਲਾ ਜਿਹੜਾ ਉਹ ਕਰਤਾਰ ਕਰਤਾ ਹੈ, ਅਸੀਂ ਉਹਨੂੰ ਮੰਨਦੇ ਹਾਂ, ਉਸ ਦੀ ਪੂਜਾ ਕਰਦੇ ਹਾਂ। ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਹਾਂ, ਜਿਹੜਾ ਆਦ ਅਜੋਨ ਅਜੈ ਅਬਿਨਾਸੀ, ਜਿਹੜਾ ਸਭ ਦੀ ਆਦ ਹੈ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ, ਜਿਹੜਾ ਜੂਨਾਂ ਦੇ ਵਿੱਚ ਨਹੀਂ ਆਉਂਦਾ, ਐਸਾ ਜਿਹੜਾ ਪਰਮੇਸ਼ਰ ਹੈ ਉਸ ਨੂੰ ਅਸੀਂ ਮੰਨਦੇ ਪੂਜਦੇ ਹਾਂ। ਉਹ ਕਰਤਾਰ, ਉਹ ਕਰਤਾ ਵਾਹਿਗੁਰੂ ਪਰਮੇਸ਼ਰ ਹੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਤ ਦੇਵਦੱਤ ਨੂੰ ਸਤਿਗੁਰਾਂ ਨੇ ਇਹਨਾਂ ਬਚਨਾਂ ਦੁਆਰਾ ਨਿਹਾਲ ਕੀਤਾ। ਇਹ ਪਾਵਨ ਪਵਿੱਤਰ ਪ੍ਰਸੰਗ ਆਪਾਂ ਅੱਜ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਇਤਿਹਾਸ ਦੀਆਂ ਵਿਚਾਰਾਂ ਆਪਣੇ ਸਾਰਿਆਂ ਦੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ ਜੀ। ਹੁਣ ਆਨੰਦ ਸਾਹਿਬ ਜੀ ਦੇ ਜਾਪ ਉਪਰੰਤ ਸਮਾਪਤੀ ਹੋਵੇਗੀ। ਮਿਲਾਓ ਫਤਿਹ।